Congress MP Shashi Tharoor criticizes Hindustan politics at Thaglak magazine event. The divide between North India and South India has grown over the past 10 years of Prime Minister Modi's tenure, affecting federalism, says Congress MP. He also highlighted the importance of creating a more equitable society and BJP's alleged attempt to turn the Ram Temple's consecration into a political campaign for election gain. क्या नज़र आ रहा है कि भी ਜਿਹੜੇ डिजास्टर मैनेजमेंट ਦਾ ਬਿਲਕੁਲ ਰਿਡੰਡੈਂਟ ਕਲੌਜ਼ ਹੈ ਉਹਨੂੰ ਤੁਸੀਂ ਯੂਜ਼ ਕਰ ਰਹੇ ਹੋ ਸਟੇਟ ਗਵਰਨਮੈਂਟਸ ਨੂੰ ਪਰਟਰਬ ਕਰਨ ਦੇ ਲਈ ਔਰ ਜਿਹੜਾ ਤੁਹਾਡੇ ਨਾਲ ਸਹਿਮਤ ਨਹੀਂ ਉਹਦੇ ਪਿੱਛੇ ਸੈਂਟਰ ਦੀ ਏਜੰਸੀ ਈਡੀ ਨੂੰ ਲਾ ਦਿੰਦੇ ਹੋ। ਇਹ ਆਪਣੇ ਆਪ ਸ਼ੋਅ ਕਰ ਰਿਹਾ ਵੀ ਫੈਡਰਲਿਜ਼ਮ ਜਿਹੜਾ ਉਹ ਖਤਮ ਹੋ। ਜੇ ਇਹਨਾਂ ਨੇ ਪੋਪੂਲੇਸ਼ਨ ਕੰਟਰੋਲ ਕਰਕੇ ਇਕਨੋਮੀ ਨੂੰ ਬੂਸਟ ਦਿੱਤਾ ਤੁਸੀਂ ਉਹਨਾਂ ਨੂੰ ਪਨਿਸ਼ ਕਿਉਂ ਕਰ ਰਹੇ ਹੋ? ਕਿਉਂਕਿ ਤੁਸੀਂ ਡਾਈਵਰਟ ਕਰ ਰਹੇ ਹੋ ਉਹਨਾਂ ਫੰਡਸ ਨੂੰ ਮੋਸਟ ਪੋਪੂਲੇਟਡ ਪਾਰਟ ਦੇ ਲਈ। ਉਹਨਾਂ ਨੇ ਕਿਹਾ ਜੀ ਆਲਰੇਡੀ ਇਹਨੇ ਸਾਊਦਰਨ ਪੋਲੀਟੀਸ਼ੀਅਨਸ ਦੇ ਵੀ ਕੰਨ ਖੜੇ ਕਰ ਦਿੱਤੇ ਨੇ ਔਰ ਇਹ ਫੈਡਰਲਿਜ਼ਮ ਨੂੰ ਖਤਮ ਕਰ ਰਿਹਾ ਔਰ ਅਲਟੀਮੇਟਲੀ ਇਹ ਨਾਰਥ ਸਾਊਥ ਜਿਹੜੀ ਬ੍ਰੇਕ ਹੈ ਇਸ ਨੂੰ ਐਨਕਰੇਜ ਕਰ ਰਿਹਾ। दर्शकों ब्रेक तो बाद थोड़ा सब का भरपूर स्वागत है। सो व्यूअर्स गलबात करन जा रहे हैं। कांग्रेस के प्रमुख आगू शशि थरूर का कहना है कि भारत के उत्तरी और दक्षिणी सूबिਆਂ ਵਿੱਚ ਪਾੜਾ ਵੱਧਦਾ ਜਾ ਰਿਹਾ ਤੇ ਸਥਿਤੀ ਉਸ ਵਾਸਤੇ ਵੱਲ ਜਾ ਰਹੀ ਹੈ ਜਿੱਥੇ ਭਾਰਤ ਦਾ ਫੈਡਰਲ ਢਾਂਚਾ ਢਹਿ ਢੇਰੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜਾ ਹਿੰਦੂਤਵਾ ਜਾਂ ਜਿਸ ਦਾ ਪੁਰਾਣਾ ਨਾਂ ਬ੍ਰਾਹਮਣਵਾਦ ਹੈ ਜਿਹੜਾ ਅਸਲੀ ਨਾਂ ਹੈ ਵੈਸੇ ਬਿਲਕੁਲ ਉਹਨਾਂ ਦਾ ਇੱਕ ਸਭ ਤੋਂ ਪਾਵਰਫੁਲ ਹਥਿਆਰ ਹੈ ਜਿੰਨਾ ਵੱਡਾ ਝੂਠ ਬੋਲੋ ਬਾਰ-ਬਾਰ ਬੋਲੋ ਤਾਂ ਕਿ ਕੋਈ ਇਹ ਯਕੀਨ ਕਰੇ ਕਿ ਵੀ ਇਹ ਤਾਂ ਸੱਚ ਹੈ ਝੂਠ ਤਾਂ ਹੋ ਨਹੀਂ ਸਕਦਾ। ਇੰਨੀ ਵਾਰ ਮੈਂ ਸੁਣਿਆ ਉਹਦੇ ਤੋਂ ਵੀ ਸੁਣਿਆ ਉਹ ਤੋਂ ਵੀ ਸੁਣਿਆ ਉਹ ਤੋਂ ਵੀ ਸੁਣਿਆ ਔਰ ਇਹਦੇ ਥੱਲੇ ਹੀ ਇਹਨਾਂ ਦੀ ਸਰਵਾਈਵਲ ਹੈ। ਹੁਣ ਤੁਸੀਂ ਇਹਨਾਂ ਦੀ ਇਕੋਨਮੀ ਦਾ ਪੱਖ ਹੀ ਲੈ ਲਓ। ਅਸੀਂ ਜਦੋਂ ਵਾਜਪਾਈ ਦੀ ਸਰਕਾਰ ਸੀ ਜਿਹੜੀ 5 ਸਾਲ ਵਾਲੀ ਟਰਮ ਵਾਲੀ ਸੀ ਉਹਦੇ 'ਚ ਤੁਸੀਂ ਸ਼ਾਈਨਿੰਗ ਇੰਡੀਆ ਬ੍ਰਾਈਟਨਿੰਗ ਇੰਡੀਆ ਫਲਾਣਾ ਇੰਡੀਆ ਉਹਦੇ 'ਚ ਉਹਨਾਂ ਦਾ ਦਾਅਵਾ ਸੀ ਕਿ 2025 ਤੱਕ ਸਾਡੀ ਇਕੋਨਮੀ ਚੀਨ ਨੂੰ ਪਿੱਛੇ ਛੱਡ ਜਾਏਗੀ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਅਸੀਂ ਸ਼ਾਈਨਿੰਗ ਇੰਡੀਆ ਸ਼ਾਈਨ ਕਰ ਰਿਹਾ। ਹੁਣ ਅਸੀਂ ਦੇਖ ਰਹੇ ਹਾਂ ਵੀ ਅੱਜ 2024 ਹੈ 25 ਦੇ ਨੇੜੇ ਆ ਗਿਆ। ਅੱਛਾ ਚਾਈਨਾ ਦੀ ਇਕੋਨਮੀ ਨੈਕਸਟ ਟੂ ਅਮਰੀਕਾ 20-21 ਟ੍ਰਿਲੀਅਨ ਡਾਲਰ ਇਹ 2.5-3 ਟ੍ਰਿਲੀਅਨ ਡਾਲਰ ਤੇ ਜਿਹਨੂੰ ਕਦੇ 3.5 ਕਹਿ ਦਿੰਦੇ ਨੇ ਕਦੇ 4 ਕਹਿ ਦਿੰਦੇ ਨੇ ਪਰ 2.5 ਤੋਂ ਉੱਪਰ ਨਹੀਂ ਹੈ। ਇਹ ਇਹਨਾਂ ਦਾ ਹਾਲ ਹੈ। ਹੁਣ ਮੋਦੀ ਦਾ ਤੁਸੀਂ ਅੱਜ ਕੱਲ੍ਹ ਦੇ ਉਹਦੇ ਲੈਕਚਰ ਸੁਣੋ ਕਿ ਜੀ ਅਸੀਂ 2045 ਦਾ ਪੀਰੀਅਡ ਦੇ ਰਹੇ ਨੇ ਕਿ 2045 'ਚ ਅਸੀਂ ਦੁਨੀਆ ਦੀ ਤੀਸਰੀ ਵੱਡੀ ਇਕੋਨਮੀ ਹੋਵਾਂਗੇ। ਔਰ ਅੱਜ ਹੀ ਇੱਕ ਐਕਸਪਰਟ ਦੀ ਇਸ ਦੇ ਉੱਤੇ ਰਾਏ ਸੀ। ਉਹਨਾਂ ਨੇ ਕਿਹਾ ਕਿ ਵੀ ਚਾਈਨਾ ਨੇ ਜਿੰਨਾ ਸਫ਼ਰ ਕੀਤਾ ਹੈ 2 ਟ੍ਰਿਲੀਅਨ ਤੋਂ ਜਿੱਥੇ ਤੱਕ ਉਹ ਲੈ ਕੇ ਗਏ ਉਹਨਾਂ ਦਾ ਗਰੋਥ ਰੇਟ ਜਿਹੜਾ ਹੈ ਉਹ ਤਾਂ 12-13% ਸੀ। ਔਰ ਮਨਮੋਹਨ ਸਿੰਘ ਪੀਰੀਅਡ ਜਦੋਂ ਇੰਡੀਆ ਦੀ ਬੈਸਟ ਇਕੋਨਮੀ ਗਰੋ ਹੋਈ ਜਿਹੜੀ 700-800 ਬਿਲੀਅਨ ਤੋਂ 2 ਟ੍ਰਿਲੀਅਨ ਤੱਕ ਪਹੁੰਚੀ ਉਦੋਂ ਮੈਕਸਿਮਮ ਗਰੋਥ ਇੰਡੀਆ 'ਚ 7.2% ਹੋਈ ਜਿਹੜੀ ਹੁਣ 4% ਦੇ ਨੇੜੇ ਤੇੜੇ ਹੈ ਕਿ ਬਈ ਤੁਸੀਂ 22% ਤੁਹਾਡੀ ਗਰੋਥ ਹੋਏਗੀ ਜਦੋਂ ਤੁਸੀਂ ਉਹਨਾਂ ਨੂੰ ਬੀਟ ਕਰੋਗੇ। ਫਿਰ ਦੂਜਾ ਸਵਾਲ ਕਾਮਨ ਬੰਦੇ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇੱਕ ਪਾਸੇ ਉਹ ਇਹ ਦਾਅਵਾ ਕਰ ਰਹੇ ਨੇ ਕਿ ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਚੌਲ ਔਰ ਅਨਾਜ ਮੰਥਲੀ ਦੇ ਰਹੇ ਹਾਂ। ਹੁਣ ਜੇ 130 ਕਰੋੜ ਲੋਕਾਂ ਚੋਂ 80 ਕਰੋੜ ਫੂਡ ਸਟੈਂਪਸ ਦੇ ਉੱਤੇ ਨੇ ਜੇ ਅਮਰੀਕਾ ਦੀ ਜ਼ੁਬਾਨ 'ਚ ਕਹਿਣਾ ਹੋਏ ਕਿ 80 ਕਰੋੜ ਬੰਦਿਆਂ ਨੂੰ 5 ਕਿਲੋ ਅੰਨ ਮਿਲਦਾ ਅਤੇ ਉਹਨਾਂ ਦਾ ਚੁੱਲ੍ਹਾ ਬਲਦਾ ਅਤੇ ਤੁਹਾਡੀ ਇਕੋਨਮੀ ਅਤੇ ਕਿਹੜੀ ਗ੍ਰੇਟ ਕਲਾਸ ਅਤੇ ਕਿਹੜਾ ਕੀ ਹੈ। ਪਰ ਮੋਦੀ ਹੁਣ ਤੁਸੀਂ 2045 ਦੀ ਡੇਟ ਦੇ ਦਿਓ ਔਰ ਆਪਣੀਆਂ ਜਬਲੀਆਂ ਮਾਰੀ ਜਾਓ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰੀ ਜਾਓ। ਔਰ ਦੂਸਰਾ ਹੁਣ ਇਸ ਸਾਰੇ 'ਚ ਜਿਹੜਾ ਇੱਕ ਐਂਗਲ ਹੋਰ ਐਡ ਹੋਇਆ ਕਿ ਜਿਹੜੀਆਂ 5 ਸਟੇਟਾਂ ਸਾਊਥ ਦੀਆਂ ਨੇ ਜਿਨ੍ਹਾਂ ਦੇ ਵਿੱਚ ਤਮਿਲਨਾਡੂ ਹੈ, ਕਰਨਾਟਕ ਹੈ, ਆਂਧਰਾ ਹੈ, ਤੇਲੰਗਾਨਾ ਹੈ ਔਰ ਕੇਰਲ ਹੈ
ਉਹਨਾਂ ਨੇ ਆਬਾਦੀ ਕਾਫੀ ਕੰਟਰੋਲ ਕਰ ਲਈ, ਇਕਨੋਮੀ ਉਹਨਾਂ ਦੀ ਗਰੋ ਹੁੰਦੀ ਹੈ, ਹੋ ਰਹੀ ਹੈ। ਇਧਰ ਜਿਹੜੀਆਂ ਹਿੰਦੂ ਬੈਲਟ ਦੀਆਂ ਸਟੇਟਾਂ ਨੇ, ਜਿਹੜੇ ਬਰੀਡਿੰਗ ਲਾਈਕ ਰੈਟਸ, यूपी, मध्य प्रदेश, ਰਾਜਸਥਾਨ ਔਰ ਉੱਤਰਾਖੰਡ ਔਰ ਹਿਮਾਚਲ, ਹਰਿਆਣਾ, ਇਹ ਸਾਰੀਆਂ ਇਹਦੇ 'ਚ ਬੜੀ ਤੇਜ਼ੀ ਨਾਲ ਆਬਾਦੀ ਤਾਂ ਵਧ ਹੀ ਰਹੀ ਹੈ, ਇਕਨੋਮੀ 'ਚ ਕੀ ਆਉਣਾ। ਹੁਣ ਹੁੰਦਾ ਕੀ ਹੈ ਵੀ ਜਿਹੜੇ ਸਾਊਥ ਵਾਲਿਆਂ ਦੀ ਟੈਕਸ ਔਰ ਦੂਜਾ ਜਾਂਦਾ ਹੈ, ਜਦੋਂ ਇਹ ਸੈਂਟਰਲ ਰਿਸੋਰਸਿਸ ਨੂੰ ਡਿਵਾਈਡ, ਉਹ ਤੋਂ ਪਹਿਲਾਂ GST ਜਿਹੜਾ ਉਹ ਇਕੱਠਾ, ਜਿਹੜਾ ਸਟੇਟਾਂ ਦੇ ਕੋਲ ਰਾਈਟ ਸੀ ਇਹਨਾਂ ਨੇ ਸੈਂਟਰ ਕੋਲ ਲੈ ਲਿਆ, ਉਹਦੇ 'ਚੋਂ ਪਹਿਲਾਂ ਇਕੱਠਾ ਕਲੈਕਟ ਕਰਦੇ ਨੇ, ਉਹਦੇ 'ਚੋਂ ਆਬਾਦੀ ਵਾਈਜ਼ ਦਿੰਦੇ ਨੇ। ਔਰ ਸਾਊਥ ਵਾਲਿਆਂ ਨੂੰ ਇਹ ਲੱਗ ਰਿਹਾ ਕਿ ਵੀ ਅਸੀਂ ਤਾਂ ਕਮਾਏਗੀ ਦੁਨੀਆ, ਖਾਏਂਗੇ ਹਮ ਵਾਲੇ ਦੇ ਬਿਲਕੁਲ ਉਲਟ ਹੋ ਰਿਹਾ ਹੈ ਵੀ ਕਮਾਏਂਗੇ ਹਮ ਔਰ ਖਾਏਂਗੇ यूपी ਬਿਹਾਰ ਵਾਲੇ। ਹੁਣ ਇਹਦੇ ਥੱਲੇ ਆਲਰੇਡੀ ਪਿਛਲੀ ਸਰਕਾਰ ਵੇਲੇ ਜਦੋਂ ਤਮਿਲਨਾਡੂ ਦੀ ਇਹ ਮੂਵ ਚੱਲਿਆ ਸੀ ਕਿ ਅੱਡ ਇਕਨੋਮਿਕਲ ਜ਼ੋਨ ਸਾਊਥ ਦਾ ਬਣਾ ਲਈਏ ਔਰ ਅਸੀਂ ਅੱਡ ਆਪਰੇਟ ਕਰੀਏ। ਹੁਣ ਇਹ ਜਦੋਂ ਤੁਸੀਂ ਅੱਡ ਇਕਨੋਮਿਕਲ ਜ਼ੋਨ ਦੀ ਗੱਲ ਕਰਦੇ ਹੋ ਤਾਂ ਕਿਤੇ ਨਾ ਕਿਤੇ, ਵੈਸੇ ਵੀ ਇੱਕ ਗੱਲ ਇਹ ਦੇਖਣ ਵਾਲੀ ਹੈ ਵੀ ਜਿਹੜਾ ਰਾਮ ਮੰਦਿਰ ਦੇ ਨਾਂ ਥੱਲੇ ਜਿਹੜਾ ਬਾਂਦਰਾਂ ਵਾਲੀਆਂ ਛਾਲਾਂ ਮਾਰ ਰਹੇ ਨੇ, ਤੁਹਾਨੂੰ ਇਹ ਇਸ ਹਿੰਦੂ ਬੈਲਟ ਦੇ ਵਿੱਚ ਹੀ ਨਜ਼ਰ ਆ ਰਿਹਾ। ਸਾਊਥ 'ਚ ਤਮਿਲ, ਕਰਨਾਟਕਾ, ਆਂਧਰਾ, ਕੇਰਲਾ, ਉੱਥੇ ਤਾਂ ਨਜ਼ਰ ਨਹੀਂ ਆ ਰਿਹਾ। ਸੋ ਆਲਰੇਡੀ ਪੋਲੀਟੀਕਲੀ ਵੀ ਦੋ ਇੰਡੀਆ ਚੱਲ ਰਹੇ ਨੇ, ਇਕਨੋਮਿਕਲੀ ਵੀ ਦੋ ਇੰਡੀਆ ਚੱਲ ਰਹੇ ਨੇ। ਔਰ ਜਿਵੇਂ ਹਿੰਦੀ ਇੰਪਲੀਮੈਂਟ ਕਰ ਰਹੇ ਨੇ, ਜਿਵੇਂ ਕਰਨਾਟਕਾ ਨੇ, ਉਹਨਾਂ ਨੇ ਦੁਕਾਨਾਂ ਦੇ ਬੋਰਡ ਵੀ ਤੋੜ ਦਿੱਤੇ ਜਿਹੜੇ ਉਹਨਾਂ ਦੀ ਜਿਹੜੀ ਹੈ ਉਹਦੇ 'ਚ ਨਹੀਂ ਸੀ ਲਿਖੇ ਹੋਏ ਕਨਾਡਾ ਲੈਂਗੁਏਜ ਜੀ। ਔਰ ਇਸੇ ਤਰ੍ਹਾਂ ਤਮਿਲਨਾਡੂ ਤਾਂ ਪਹਿਲਾਂ ਹੀ ਇਹਦੇ ਬਾਰੇ ਬੜਾ ਵੋਕਲ ਰਿਹਾ। ਸੋ ਇਹਨਾਂ ਸਭ ਦੇ ਚੱਲਦੇ ਆ ਜਿਹੜਾ ਅੰਡਰ ਕਰੰਟ ਹੈ। ਦੇਖੋ ਕਈ ਵਾਰ ਜਦੋਂ 1999 'ਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਈਵਨ ਅਮਰੀਕਾ ਦੇ ਵਿੱਚ ਵੀ ਜਿਹੜੇ ਸੋਵੀਅਤ ਯੂਨੀਅਨ ਨੂੰ ਈਵਲ ਐਮਪਾਇਰ ਰੀਗਨ ਵਰਗੇ ਕਹਿ ਰਹੇ ਸੀ, ਜਾਂ ਜਿਹੜਾ ਈਸਟ ਜਰਮਨੀ ਔਰ ਵੈਸਟ ਜਰਮਨੀ ਦੇ ਵਿਚਾਲੇ ਕੰਧ ਸੀ ਉਹਨੂੰ ਆਇਰਨ ਵਾਲ ਕਹਿ ਰਹੇ ਸੀ ਕਿ ਬ੍ਰੇਕਿੰਗ ਦਾ ਆਇਰਨ ਵਾਲ। ਹਾਲਾਂ ਆਇਰਨ ਵਾਲ ਟਰਮ ਤਾਂ ਚਰਚਲ ਨੇ ਦਿੱਤੀ ਸੀ ਜੀ। ਈਵਨ ਉਹਨਾਂ ਨੇ ਵੀ ਕਦੇ ਇਮੈਜਿਨ ਨਹੀਂ ਸੀ ਕੀਤਾ, ਇਹ ਤਾਂ ਸੀ ਕਿ ਸੋਵੀਅਤ ਯੂਨੀਅਨ ਕਮਜ਼ੋਰ ਹੋਏਗਾ ਔਰ ਦੂਜਾ ਅੰਦਰ ਕਿ ਬਈ ਇਹਦੇ 15 ਟੁਕੜੇ ਹੋ ਜਾਣਗੇ। ਉਹਨਾਂ ਦੇ ਵਰਸਟ ਐਨੀਮੀਜ਼ ਜਿਹੜੇ ਨੇ ਇੱਥੇ ਬੈਠੇ ਹੋਏ ਅਮਰੀਕਾ, ਜਿਨ੍ਹਾਂ ਨੂੰ ਹਰ ਚੀਜ਼ ਦੇ ਥੱਲੇ ਰੈੱਡ ਬੱਗ ਨਜ਼ਰ ਆਉਂਦਾ ਸੀ, ਈਵਨ ਦੇ ਡਿਡਨਟ ਇਮੈਜਿਨ। ਔਰ ਇਸ ਪਰ ਅੰਡਰ ਕਰੰਟ ਸੀ, ਜਿਹੜੇ ਲੋਕ ਦੇਖ ਰਹੇ ਸੀ ਕਿ ਬਈ ਜ਼ੁਲਮ ਦੇ ਨਾਲ ਸੋਵੀਅਤ ਯੂਨੀਅਨ ਨੇ ਬਾਲਟਿਕ ਸਟੇਟਾਂ ਨੂੰ ਦੱਬਿਆ ਹੋਇਆ, ਲਿਥੁਆਨੀਆ, ਲਾਤਵੀਆ, ਐਸਟੋਨੀਆ। ਇਸੇ ਤਰ੍ਹਾਂ ਐਸਟ੍ਰੇਂਜਡ ਲੋਕ ਦੂਸਰੇ ਵੀ ਜਿਹੜੇ ਸੈਂਟਰਲ ਰਿਪਬਲਿਕ, ਬਾਅਦ ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਅਜ਼ਰਬਾਈਜਾਨ ਬਣੇ। ਇਹ ਬੇਸ਼ੱਕ ਮੁਸਲਿਮ ਰਿਪਬਲਿਕ 70-80 ਸਾਲ ਤੋਂ ਦੱਬੇ ਹੋਏ ਸੀ, ਪਰ ਉਹ ਵੀ ਕਿਤੇ ਨਾ ਕਿਤੇ ਅੰਡਰ ਕਰੰਟ ਚੱਲ ਰਿਹਾ ਸੀ। ਸੋ ਅੱਜ ਵੀ ਇੱਕ ਪਾਸੇ ਤਾਂ ਦੇਖਣ ਵਾਲਿਆਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਜੀ ਹੁਣ ਹਿੰਦੂ ਰਾਸ਼ਟਰ ਇਹਨਾਂ ਨੇ ਐਲਾਨ ਦੇਣਾ 22 ਜਨਵਰੀ ਨੂੰ, ਅਨਐਲਾਨੀਆ ਐਲਾਨ ਹੋਣਾ। ਹੁਣ ਭਾਰਤ ਦੇ ਵਿੱਚ ਕੋਈ ਹਿੰਦੂਤਵਾਦ ਦੇ ਰੱਥ ਦੇ ਸਾਹਮਣੇ ਖਲੋ ਨਹੀਂ ਸਕਦਾ। ਪਰ ਜਿਹੜਾ ਅੰਡਰ ਕਰੰਟ ਹੈ, ਔਰ ਇਹ ਕਿਸੇ ਹੋਰ ਵੱਲੋਂ ਨਹੀਂ, ਸ਼ਸ਼ੀ ਥਰੂਰ ਜਿਹੜਾ ਇਹ UN ਦਾ ਅੰਡਰ ਸੈਕਟਰੀ ਵੀ ਰਿਹਾ, ਇੰਟਰਨੈਸ਼ਨਲ ਲੈਵਲ ਦਾ ਥਿੰਕਰ ਹੈ ਔਰ ਬੜਾ ਸ਼ਰੂਡ ਬ੍ਰਾਹਮਣ ਹੈ, ਸਾਊਥ ਦਾ, ਕੇਰਲਾ ਦਾ, ਉੱਥੋਂ ਕਾਂਗਰਸ ਦਾ MP ਬਣਦਾ। ਹੁਣ ਉਹਨੇ ਇੱਕ ਫੰਕਸ਼ਨ ਦੇ ਵਿੱਚ, ਇਹ ਫੰਕਸ਼ਨ ਉਹਨਾਂ ਦੀ ਕੋਈ ਮੈਗਜ਼ੀਨ ਹੈ ਤਮਿਲ ਦੀ, ਥੁਗਲਕ ਮਿਊਜ਼ਿਕ ਵੀਕਲੀ ਹੈ, ਉਸ ਦਾ 54th ਐਨੂਅਲ ਮੀਟ ਸੀ। ਔਰ ਉਹਨੂੰ 54th ਐਨੂਅਲ ਮੀਟ ਉਹਨੂੰ ਐਡਰੈਸ ਕਰਦਿਆਂ ਜੋ ਉਹਨੇ ਕਿਹਾ, ਹਿੰਦੂ ਅਖਬਾਰ ਤਮਿਲਨਾਡੂ ਦਾ ਹੀ ਪ੍ਰਮੁੱਖ ਅਖਬਾਰ ਹੈ, ਉਹਦੀ ਹੈਡਲਾਈਨ ਹੈ, ਕਾਂਗਰਸ MP ਸ਼ਸ਼ੀ ਥਰੂਰ criticizes Hindustan politics at Thaglak magazine event. The divide between North India and South India has grown over the past 10 years of Prime Minister Modi's tenure, affecting federalism, says Congress MP. ਕਿ ਨਾਰਥ ਇੰਡੀਆ, ਇਹ ਹੈ ਅੰਡਰ ਕਰੰਟ ਜਿਹਨੂੰ ਇਹਨੇ ਲਫ਼ਜ਼ ਦਿੱਤੇ ਨੇ, ਸਾਨੂੰ ਤਾਂ ਨਜ਼ਰ ਆ ਰਿਹਾ ਵੀ ਉੱਥੇ ਕੀ ਚੱਲ ਰਿਹਾ। ਉਹਨੇ ਕਿਹਾ ਜੀ ਪਿਛਲੇ 10 ਸਾਲਾਂ 'ਚ, ਕਿਉਂਕਿ ਮੋਦੀ ਨੂੰ 10 ਸਾਲ ਹੋਏ ਨੇ, ਇਹ ਜਿਹੜਾ ਡਿਵਾਈਡ ਹੈ ਇਹ ਵੱਧ ਰਿਹਾ। ਇਹਦੇ ਨਾਲ ਜਿਹੜਾ ਫੈਡਰਲ ਢਾਂਚਾ ਹੈ ਹਿੰਦੁਸਤਾਨ ਦਾ, ਭਾਰਤ ਦਾ, ਇਹ ਜਿਹੜਾ ਪ੍ਰਭਾਵਿਤ ਹੋ ਰਿਹਾ। ਹਾਲਾਂਕਿ ਜਦੋਂ ਸ਼ਸ਼ੀ ਥਰੂਰ ਬੋਲ ਰਿਹਾ ਸੀ, ਉਹਨੂੰ ਹੈਕਲ ਕੀਤਾ ਕੁਝ BJP ਵਾਲਿਆਂ ਨੇ ਜਿਹੜੇ ਉਹਦੇ 'ਚ ਇਕੱਠ ਦੇ ਵਿੱਚ ਬੈਠੇ ਸੀ, ਔਰ ਉਹਨਾਂ ਨੇ ਇਹ ਕਿਹਾ ਕਿ ਬਈ ਇਹ 10 ਸਾਲ ਦੇ ਵਿੱਚ ਵਧਿਆ।
he also highlighted the importance of creating a more equitable society and BJP's alleged attempt to turn the Ram temple's consecration into a political campaign for election gains। ਉਹਨੇ ਕਿਹਾ ਜੀ ਆਹ ਰਾਮ ਮੰਦਰ ਧਾਰਮਿਕ ਮੁੱਦਾ ਹੈ, ਇਹਨੂੰ ਵੀ ਵੋਟਾਂ ਲੈਣ ਦੇ ਲਈ ਸਿਆਸੀ ਕੈਂਪੇਨ 'ਚ ਬਦਲਿਆ। ਹੀ ਪੁਆਇੰਟਡ ਟੂ ਦਾ ਯੂਨੀਅਨ ਗਵਰਨਮੈਂਟਸ ਡਿਸੀਜਨ to invoke an obscure provision of Disaster Management Act to impose lockdowns in states and alleged use of Enforcement Directorate primarily to target the opposition party as examples of the erosion of federalism। ਉਹਨੇ ਕਿਹਾ ਨਜ਼ਰ ਆ ਰਿਹਾ ਹੈ ਕਿ ਵੀ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਦਾ ਬਿਲਕੁਲ ਰਿਡੰਡੈਂਟ ਕਲੌਜ਼ ਹੈ ਉਹਨੂੰ ਤੁਸੀਂ ਯੂਜ਼ ਕਰ ਰਹੇ ਹੋ ਸਟੇਟ ਗਵਰਨਮੈਂਟਸ ਨੂੰ ਪਰਟਰਬ ਕਰਨ ਦੇ ਲਈ, ਔਰ ਜਿਹੜਾ ਤੁਹਾਡੇ ਨਾਲ ਸਹਿਮਤ ਨਹੀਂ ਉਹਦੇ ਪਿੱਛੇ ਸੈਂਟਰ ਦੀ ਏਜੰਸੀ ਈਡੀ ਨੂੰ ਲਾ ਦਿੰਦੇ ਹੋ। ਇਹ ਆਪਣੇ ਆਪ ਸ਼ੋਅ ਕਰ ਰਿਹਾ ਵੀ ਫੈਡਰਲਿਜ਼ਮ ਜਿਹੜਾ ਉਹ ਖਤਮ ਹੋ। ਵਾਈ ਸ਼ੁੱਡ ਦਾ ਗਵਰਨਮੈਂਟਸ ਰਿਵਾਰਡ ਫॉर ਐਕਸਟਰਾਆਰਡੀਨਰੀ ਇਕਨੋਮਿਕ ਸਕਸੈਸ ਸਸਟੇਨ ਦਾ ਗਰੋਥ ਐਂਡ ਪੋਪੂਲੇਸ਼ਨ ਕੰਟਰੋਲ ਬਿਲੋ ਟੈਕਸ ਰੈਵਨਿਊਜ਼ ਫਰੋਮ ਦਾ ਸੈਂਟਰ, ਜਿਹੜੀ ਮੈਂ ਗੱਲ ਕੀਤੀ ਹੈ ਕਿ ਜੇ ਇਹਨਾਂ ਨੇ ਪੋਪੂਲੇਸ਼ਨ ਕੰਟਰੋਲ ਕਰਕੇ ਇਕੋਨਮੀ ਨੂੰ ਬੂਸਟ ਦਿੱਤਾ, ਤੁਸੀਂ ਉਹਨਾਂ ਨੂੰ ਪਨਿਸ਼ ਕਿਉਂ ਕਰ ਰਹੇ ਹੋ? ਕਿਉਂਕਿ ਤੁਸੀਂ ਡਾਈਵਰਟ ਕਰ ਰਹੇ ਹੋ ਉਹਨਾਂ ਫੰਡਸ ਨੂੰ most populated part ਦੇ ਲਈ। The government's answer would be that these are the rules in democracy. One person, one vote means more people you have, the more political clout. ਉਹਨਾਂ ਨੇ ਕਿਹਾ ਵੀ ਨਹੀਂ, in India, whose diversity is held together by a sense of common belonging, civil nationalism must accommodate a range of states with divergent levels of development। ਉਹਨੂੰ ਕਿਹਾ ਜੇ ਤੁਸੀਂ ਮੈਜੋਰਟੀ ਨਾਲ ਹੀ ਇਹ ਹੈ ਮੈਜੋਰੀਟੇਰੀਅਨਿਜ਼ਮ। ਹੁਣ ਸਾਊਥ ਨੂੰ ਸਾਨੂੰ ਤਾਂ ਪੋਲੀਟੀਕਲੀ ਮਜ਼ਹਬੀ ਤੌਰ ਦੇ ਉੱਤੇ ਹੀ ਨਜ਼ਰ ਆ ਰਿਹਾ ਵੀ ਮੈਜੋਰੀਟੇਰੀਅਨਿਜ਼ਮ ਕੀ ਕਰ ਰਿਹਾ ਹੈ ਘੱਟ ਗਿਣਤੀਆਂ ਦੇ ਨਾਲ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਕਨੋਮਿਕਲੀ ਅਸੀਂ ਕਮਾ ਰਹੇ ਹਾਂ, ਇਹ ਖਾ ਰਹੇ ਨੇ। ਔਰ ਇਸ ਦੇ ਵਿੱਚ ਉਹਨੇ ਕਿਹਾ ਕਿ ਜੀ ਆਈ ਡੂ ਵਰੀ ਅਬਾਊਟ ਹਿੰਦੂਇਜ਼ਮ ਪੋਲਿਟਿਕਸ ਆਫ ਦਿਸ ਗਵਰਨਮੈਂਟ ਐਂਡ ਦਿਸ ਕਲਚਰ ਆਫ ਆਰੀਆਵਰਤ ਡੋਮੀਨੇਸ਼ਨ that infects the attitudes of some has already raised the issue among many southern politicians। ਉਹਨਾਂ ਨੇ ਕਿਹਾ ਜੀ ਇਹ ਆਲਰੇਡੀ ਇਹਨੇ ਸਾਊਦਰਨ ਪੋਲੀਟੀਸ਼ੀਅਨਸ ਦੇ ਵੀ ਕੰਨ ਖੜੇ ਕਰ ਦਿੱਤੇ ਨੇ ਔਰ ਇਹ ਫੈਡਰਲਿਜ਼ਮ ਨੂੰ ਖਤਮ ਕਰ ਰਿਹਾ ਹੈ ਔਰ ਅਲਟੀਮੇਟਲੀ ਇਹ ਨਾਰਥ ਸਾਊਥ ਜਿਹੜੀ ਬ੍ਰੇਕ ਹੈ ਇਸ ਨੂੰ ਐਨਕਰੇਜ ਕਰ ਰਿਹਾ। ਸੋ ਕਹਿਣਾ ਉਹ ਇਹ ਚਾਹੁੰਦਾ ਹੈ ਵੀ ਇੰਡੀਆ ਇਜ਼ ਔਨ ਦਾ ਬ੍ਰਿੰਕ ਆਫ ਡਿਜ਼ਾਸਟਰ ਐਂਡ ਦੈਟ ਡਿਜ਼ਾਸਟਰ ਇਜ਼ ਕਿ ਭਾਈ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਵੀ ਆ ਇਹਦਾ ਹਾਲ ਹੋਣ ਜਾ ਰਿਹਾ। ਬਿਲਕੁਲ ਚਿਰਾਗ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।